ਹਾਂਜੀ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨੈਟਵਰਕਿੰਗ ਜ਼ੋਨਸ ਦੇ ਵਿੱਚੋਂ ਆਪਾਂ ਅੱਜ ਗੱਲ ਕਰਾਂਗੇ ਵਾਇਰਲੈਸ ਸੁਰੱਖਿਆ। ਵਾਇਰਲੈਸ ਸਿਕਿਉਰਿਟੀ ਕੀ ਹੁੰਦੀ ਹੈ? ਤੁਸੀਂ ਆਮ ਹਰ ਇੱਕ ਚੀਜ਼ ਤੇ ਆਪਾਂ ਅੱਜ ਜਿਹੜਾ ਯੁੱਗ ਹੈਗਾ, ਤੁਹਾਨੂੰ ਪਤਾ ਆਈਟੀ ਦਾ ਯੁੱਗ ਹੈ ਨਾ, ਤਾਂ ਇਸ ਦੇ ਕੁਝ ਫਾਇਦੇ ਵੀ ਨੇ, ਕੁਝ ਕੀ ਇਹ ਨੁਕਸਾਨ ਨੇ। ਤਾਂ ਜਿਵੇਂ ਤੁਸੀਂ ਯੂਜ਼ ਕਰਦੇ ਹੋਗੇ ਅੱਜ ਕੱਲ੍ਹ, ਉਸ ਚੀਜ਼ ਦਾ ਕੀ ਹੈ, ਆਪਣੀ ਟੈਕਨੋਲੋਜੀ ਦਾ ਮਿਸਯੂਜ਼ ਹੁੰਦਾ। ਮਿਸਯੂਜ਼ ਦਾ ਕੁਝ ਸਕਿੰਟਾਂ ਦੇ ਵਿੱਚ ਤੁਹਾਡਾ ਕੁਝ ਨਾ ਕੁਝ ਕੀ ਚੇਂਜ ਹੋ ਜਾਂਦਾ। ਜਿਵੇਂ ਤੁਹਾਨੂੰ OTP ਆਉਂਦਾ, ਇੱਕ ਵਨ ਟਾਈਮ ਪਾਸਵਰਡ ਆਉਂਦਾ, ਤੁਹਾਡਾ ਇੱਕ OTP ਆਉਣ ਨਾਲ ਕੀ ਹੈ, ਦੇਖੋ ਟ੍ਰਾਂਜੈਕਸ਼ਨ ਆਉਣ ਨਾਲ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਹੈ, ਉਹ ਟ੍ਰਾਂਜੈਕਸ਼ਨ ਕੰਪਲੀਟ ਹੋ ਜਾਂਦੀ ਹੈ। 1 ਸਕਿੰਟ ਦੇ ਵਿੱਚ ਤੁਹਾਨੂੰ ਝਪਕਦੇ ਤੁਹਾਡੀ ਟ੍ਰਾਂਜੈਕਸ਼ਨ ਕੀ ਹੋ ਜਾਂਦੀ, ਸਕਸੈਸਫੁਲ ਹੋ ਜਾਂਦੀ। ਤਾਂ ਇਹਨਾਂ ਚੀਜ਼ਾਂ ਦੇ ਲਈ ਜਿਹੜਾ ਅਣਅਧਿਕਾਰਿਤ ਜਿਹੜਾ ਯੂਜ਼ਰ ਹੈ, ਜਿਹੜਾ ਅਨਆਥੋਰਾਈਜ਼ਡ ਯੂਜ਼ਰ ਹੈ, ਉਹਨਾਂ ਨੂੰ ਠੀਕ ਹੈ, ਉਹਨਾਂ ਤੇ ਜਿਹੜਾ ਨੁਕਸਾਨ ਨਾ ਹੋਵੇ, ਇਸ ਦੇ ਲਈ ਇਹ ਚੀਜ਼ਾਂ ਅਪਣਾਈਆਂ ਗਈਆਂ, ਸਿਕਿਉਰਿਟੀ ਅਪਣਾਈ ਹੈ। ਇਹ 3D ਪ੍ਰੋਟੋਕੋਲਸ ਦੇ ਵਿੱਚ ਆਇਆ ਹੋਇਆ ਹੈ, ਜਿਹੜਾ ਆਪਣਾ ਵਨ ਟਾਈਮ ਪਾਸਵਰਡ ਹੈ। ਤਾਂ ਹਰ ਇੱਕ ਚੀਜ਼ ਤੇ ਤੁਹਾਨੂੰ ਇੱਕ ਮੈਸੇਜ ਆਉਂਦਾ। ਅੱਜ ਜਿਹੜਾ ਦੌਰ ਹੈਗਾ ਉਹ ਕਿਉਂ ਹੁੰਦਾ, ਇੱਕ ਸਿਕਿਉਰਿਟੀ ਪਰਪਸ ਦੇ ਲਈ। ਤੁਹਾਨੂੰ ਜਿਹੜਾ ਯੂਜ਼ਰ ਨੇਮ ਪਾਸਵਰਡ ਤੁਹਾਡੇ ਅਕਾਊਂਟ ਦੇ ਦਿੱਤਾ, ਇਹ ਵੀ ਤੁਹਾਡੀ ਸਿਕਿਉਰਿਟੀ ਦੇ ਹੁੰਦੀ ਹੈ। ਤਾਂ ਹੁਣ ਵਾਇਰਲੈਸ ਸਿਕਿਉਰਿਟੀ ਦੇ ਵਿੱਚ ਕੀ ਹੈ, ਜਿਵੇਂ ਤੁਸੀਂ ਵਾਈਫਾਈ ਹੌਟਸਪੌਟ ਔਨ ਕਰਦੇ ਹੋ, ਠੀਕ ਹੈ, ਜੇ ਆਪਾਂ ਉੱਥੇ ਨਨ ਕਰ ਦਈਏ ਤਾਂ ਕੀ ਹੋ ਜਾਂਦਾ ਹੈ, ਤਾਂ ਹਰ ਇੱਕ ਜਿਹੜਾ ਵਿਅਕਤੀ ਹੈ ਉਹਨੂੰ ਐਕਸੈਸ ਕਰਦਾ ਜਦੋਂ ਤੁਹਾਡੇ ਦਾਇਰੇ, ਤੁਹਾਡੀ ਰੇਂਜ ਦੇ ਵਿੱਚ ਹੋਊਗਾ, ਉਸ ਅਸੈਸਮੈਂਟ ਦੇ ਵਿੱਚ ਹੋਊਗਾ, ਉਸ ਰੇਂਜ ਦੇ ਵਿੱਚ ਹੋਊਗਾ, ਤਾਂ ਉਹਨੂੰ ਕੀ ਕਰ ਸਕਦਾ, ਐਕਸੈਸ ਕਰ ਸਕਦਾ। ਉਸ ਜਿਹੜੀਆਂ ਰੇਡੀਓ ਤਰੰਗਾਂ ਆ ਰਹੀਆਂ ਨੇ, ਜਿਹੜੀਆਂ ਰੇਡੀਓ ਤਰੰਗਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਐਕਸੈਸ ਨਾ ਕਰੇ ਮੇਰੀ, ਠੀਕ ਹੈ, ਪਰਮਿਸ਼ਨ ਲੈ ਤੋਂ ਬਗੈਰ, ਤੁਹਾਡਾ ਜਿਹੜਾ ਤੁਸੀਂ ਉਸਨੂੰ ਕੀ ਕਰਦੇ, ਇੱਕ ਪਾਸਵਰਡ ਦੇ ਦਿੰਦੇ, ਤੁਹਾਨੂੰ ਆਪਸ਼ਨਸ ਆਉਂਦੀਆਂ WEP, ਠੀਕ ਹੈ। ਜਦੋਂ ਤੁਸੀਂ ਹੌਟਸਪੌਟ ਔਨ ਕਰਦੇ ਹੋ, ਸਿਕਿਉਰਿਟੀ ਆਪਸ਼ਨ ਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਆਉਂਦੀਆਂ ਨੇ, WEP ਵਾਇਰਡ ਇਕੁਇਵਲੈਂਟ ਪ੍ਰਾਈਵੇਸੀ, ਦੂਸਰਾ ਹੈ WPA ਵਾਈਫਾਈ ਪ੍ਰੋਟੈਕਟਡ ਐਕਸੈਸ। ਜੇ ਤੁਹਾਡੇ ਜਿਹੜੀ ਹੌਟਸਪੌਟ ਜਿਹੜੀ ਐਕਸੈਸ ਨੂੰ ਕੀ ਕਰਦੇ ਨੇ, ਉਹ ਪ੍ਰਾਈਵੇਟ ਕਰਦੇ ਨੇ, ਮਤਲਬ ਉਹਨੂੰ ਰੋਕਦੇ ਨੇ ਬਿਨਾਂ ਆਥੋਰਾਈਜ਼ੇਸ਼ਨ ਦੇ। ਤਾਂ ਇਸੇ ਗੱਲ ਦੇ ਵਿੱਚ ਲਿਖਿਆ ਵਾਈਫਾਈ ਜਿਹੜਾ ਵਾਇਰਲੈਸ ਸਿਕਿਉਰਿਟੀ ਹੈ, ਸਾਨੂੰ ਅਣਅਧਿਕਾਰਿਤ ਐਕਸੈਸ ਜਾਂ ਕੰਪਿਊਟਰ ਨੂੰ ਵਾਇਰਲੈਸ ਨੈਟਵਰਕ ਵਰਤਣ ਦੇ ਨੁਕਸਾਨ ਤੋਂ ਕੀ ਕਰਦਾ ਜੀ, ਨਹੀਂ ਤਾਂ ਤੁਸੀਂ ਕਹੋਗੇ ਕੁਝ ਸਕਿੰਟਾਂ ਦੇ ਵਿੱਚ ਤੁਹਾਡਾ ਡਾਟਾ, ਮੰਨ ਲਓ ਮੇਰੇ ਕੋਲ ਨਾਨਾ ਮੈਂ ਕੁਝ ਨਾ ਕੁਝ ਡਾਊਨਲੋਡ ਕਰੀ ਜਾਵਾਂ, ਤੁਹਾਡਾ ਕੁਝ ਸਕਿੰਟਾਂ ਦੇ ਵਿੱਚ ਕੀ ਡਾਟਾ ਕੀ ਹੋ ਜਾਊਗਾ ਜੀ, ਖਤਮ ਹੋ ਜਾਊਗਾ। ਵਾਈਫਾਈ ਰਾਊਟਰ ਦੀ ਉਪਲਬਧਤਾ ਦੇ ਕਾਰਨ ਇੰਟਰਨੈਟ ਨੂੰ ਵਾਇਰਲੈਸ ਤੋਂ ਐਕਸੈਸ ਕਰਨਾ ਪ੍ਰਸਿੱਧ ਹੋਇਆ ਜੀ। ਤੁਹਾਨੂੰ ਪਤਾ ਵਾਈਫਾਈ ਰਾਊਟਰ ਹੈ, ਜਿਵੇਂ ਆਪਾਂ ਹੌਟਸਪੌਟ ਕਰਦੇ ਹਾਂ, ਵਾਈਫਾਈ ਰਾਊਟਰ में ਐਂਟੀਨੇ ਹੁੰਦੇ ਨੇ, ਇਹਦੇ ਸਿੰਗਲ ਐਂਟੀਨਾ, ਡਬਲ ਐਂਟੀਨਾ, ਠੀਕ ਹੈ। ਅੱਜ ਕੱਲ੍ਹ ਜਿਹੜੇ ਜ਼ਿਆਦਾਤਰ ਲੈਪਟਾਪ, ਸਮਾਰਟਫੋਨ ਵਾਇਰਲੈਸ ਕਾਰਡ ਨਾਲ ਕੀ ਜੁੜੇ ਨੇ, ਤੁਹਾਨੂੰ ਪਤਾ ਹੈ ਸਮਾਰਟਫੋਨ ਨੇ, ਤਾਂ ਹੀ ਆਪਾਂ ਹੌਟਸਪੌਟ ਯੂਜ਼ ਕਰਦੇ ਹੈਗੇ। ਤਾਂ ਜਿਹੜਾ ਯੂਜ਼ਰ ਹੈ ਜੀ, ਠੀਕ ਹੈ, ਉਹ ਨੈਟਵਰਕ ਨੂੰ ਕਰਦੇ ਨੇ ਐਕਸੈਸ ਕਰਦੇ ਨੇ, ਜਿਹੜਾ ਵਾਇਰਲੈਸ ਕਾਰਡ ਲੱਗਾ ਹੋਇਆ ਸਮਾਰਟਫੋਨ ਵਿੱਚ, ਉਸ ਦੇ ਨਾਲ ਕਿ ਯੂਜ਼ਰ ਨੂੰ ਕੀ ਕਰਦੇ ਨੇ, ਉਹ ਨੈਟਵਰਕ ਐਕਸੈਸ ਕਰਨ ਤੇ ਕੀ ਬਣਾਉਂਦੇ ਨੇ, ਯੋਗ ਬਣਾਉਂਦੇ ਨੇ। ਜਿਹੜਾ ਡਾਟਾ ਵਾਇਰਲੈਸ ਲੈਣ ਉੱਤੇ ਰੇਡੀਓ ਤਰੰਗਾਂ ਨੂੰ ਵਰਤ ਕੇ ਟ੍ਰਾਂਸਮਿਟ ਕੀਤਾ ਜਾਂਦਾ, ਜਿਹੜੀਆਂ ਤੁਹਾਡੀਆਂ ਰੇਡੀਓ ਤਰੰਗਾਂ ਜਾ ਰਹੀਆਂ ਨੇਗੀਆਂ, ਉਹਨੂੰ ਐਕਸੈਸ ਕਰ, ਉਸ ਨੂੰ ਟਰੈਪ ਕਰਕੇ ਅਣਅਧਿਕਾਰਿਤ ਯੂਜ਼ਰ ਕੀ ਕਰਦਾ ਹੈ, ਜਿਹੜੇ ਆਪਣੇ ਕੁਝ ਵੀ ਉਹਨੂੰ ਐਕਸੈਸ ਕਰਦਾ, ਜਿਹੜਾ ਇੰਟਰਨੈਟ ਨੈਟਵਰਕ ਰਿਸੋਰਸਿੰਗ ਕੀ ਕਰਦਾ, ਐਕਸੈਸ ਕਰਦਾ। ਜੇ ਰਿਸੋਰਸਿੰਗ ਮਤਲਬ ਜਿਹੜੀ ਡਿਵਾਈਸਿਸ ਜਾਂ ਮਾਲਕ ਦੀ ਆਗਿਆ ਤੋਂ ਬਿਨਾਂ ਇੰਟਰਨੈਟ ਤੱਕ ਇਹ ਪਹੁੰਚ ਬਣਾ ਸਕਦੇ। ਕਈ ਹੈਕ ਵੀ ਕਰ ਲੈਂਦੇ ਨੇ ਤੁਹਾਡਾ ਪਾਸਵਰਡ। ਕਹਿੰਦੇ ਜ਼ਿਆਦਾ ਹਾਲਤਾਂ ਦੇ ਵਿੱਚ ਅਸੁਰੱਖਿਅਤ ਜਿਹੜਾ ਲੈਣ ਹੈ ਵਾਇਰਲੈਸ ਯੂਜ਼ਰਾਂ ਲਈ ਮੁਫਤ ਹੌਟਸਪੌਟ ਦੀ ਤਰ੍ਹਾਂ ਕੰਮ ਕਰਦਾ। ਤਾਂ ਤੁਹਾਨੂੰ ਦੱਸੀ ਤਾਂ ਦੋ ਤਰ੍ਹਾਂ ਦੇ ਜਿਹੜੇ ਸਿਕਿਉਰਿਟੀ ਪਰਪਸ ਯੂਜ਼ ਕਰਦੇ, ਇਨਕ੍ਰਿਪਟ ਕਰਨ ਵਾਸਤੇ, ਡੀਕ੍ਰਿਪਟ ਕਰਨ ਵਾਸਤੇ। ਪਹਿਲਾ ਹੈ ਜੀ WEP, ਸੈਕੰਡ ਵਨ ਹੈ WPA, ਜਿਸ ਜਿਹੜੇ ਕਿ ਉਹ ਇਸ ਲੈਨ ਜਾਂ ਵਾਇਰਲੈਸ ਲੈਨ ਨੂੰ ਕੀ ਕਰ ਸਕਦੇ ਨੇ, ਸੁਰੱਖਿਅਤ ਕਰ ਸਕਦੇ। ਇਸ ਤੋਂ ਬਾਅਦ ਗੱਲ ਕਰੀਏ ਜਾਂ ਪਿਗੀ ਬੈਂਕਿੰਗ। ਪਿਗੀ ਬੈਂਕਿੰਗ ਕੀ ਹੁੰਦੀ ਹੈ, ਦੂਜਿਆਂ ਦੁਆਰਾ ਜਿਹੜੇ ਲੈ ਕੇ ਜਿਹੜੇ ਕਨੈਕਸ਼ਨ ਨੇ, ਵਾਇਰਲੈਸ ਕਨੈਕਸ਼ਨ ਨੇ, ਉਹਨੂੰ ਵਰਤਣ ਦੀ ਪ੍ਰਕਿਰਿਆ ਨੂੰ ਕੀ ਹੈ, ਪਿਗੀ ਬੈਂਕਿੰਗ। ਉਦਾਹਰਨ ਦੇ ਤੌਰ ਤੇ ਕਹਿੰਦੇ, ਉਦਾਹਰਨ ਲਈ ਯੂਜ਼ਰ ਆਪਣੇ ਗੁਆਂਢੀ ਦੇ W ਲੈਨ ਨਾਲ ਜੁੜ ਸਕਦਾ ਹੈ ਅਤੇ ਬਿਨਾਂ ਆਗਿਆ ਤੋਂ ਉਸਦੇ ਇੰਟਰਨੈਟ ਨੂੰ ਵਰਤ ਸਕਦਾ। ਇਹੋ ਜਿਹੇ ਕੰਮ ਅਨੈਤਿਕ ਹੁੰਦੇ ਨੇ, ਜਿਹੜੇ ਸਹੀ ਨਹੀਂ ਮੰਨੇ ਜਾਂਦੇ, ਠੀਕ ਹੈ। ਕਈ ਦੇਸ਼ਾਂ ਵਿੱਚ ਇਹਨਾਂ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ, ਲੀਗਲ ਨਹੀਂ ਮੰਨਿਆ ਜਾਂਦਾ, ਅਲੀਗਲ ਮੰਨਿਆ ਜਾਂਦਾ। ਆਮ ਤੌਰ ਤੇ ਜਿਹੜੇ ਵੈਬ ਹੈ, ਆਪਣੀ ਮੌਜੂਦਗੀ ਅਤੇ ਇਸ਼ਤਿਹਾਰਬਾਜ਼ੀ SSID ਨੂੰ ਬ੍ਰੋਡਕਾਸਟ ਕਰਕੇ ਕਰਦੀ
ਦੱਸਿਆ ਜੀ ਵਾਇਰਲੈਸ ਕੀ ਹੈ, ਨੈਟਵਰਕ ਇੰਟਰਫੇਸ ਕਾਰਡ ਆਪਾਂ ਯੂਜ਼ ਕਰਦੇ ਹੁੰਦੇ ਹਾਂ, ਠੀਕ ਹੈ, ਜਿਵੇਂ ਸਮਾਰਟਫੋਨ ਦੇ ਵਿੱਚ ਦੱਸਿਆ ਉੱਪਰ, ਜਿਹਦੇ ਰਾਹੀਂ ਤੁਸੀਂ ਕੀ ਹੈ ਦੂਸਰੇ ਯੂਜ਼ਰ ਨੂੰ ਕੀ ਕਰਦੇ ਨੇ, ਉਹ ਇੱਕ ਇੰਟਰਨੈਟ ਪ੍ਰਦਾਨ ਕਰਦੇ, ਜਿਹਦੀ ਮਦਦ ਨਾਲ ਜੀ ਇੱਕ ਰੇਡੀਓ ਵੇਵ ਦੀ ਤਰੰਗਾਂ ਨੂੰ ਟ੍ਰਾਂਸਮਿਟ ਕਰਦੇ। ਇਸ ਤਰ੍ਹਾਂ ਇਹ ਤੁਸੀਂ ਜੇ ਲੈਪਟਾਪ ਤੇ ਦੇਖਦੇ ਹੋ ਚਾਹੇ, ਠੀਕ ਹੈ, ਤਾਂ ਇਸ ਤੇ ਜਿੰਨੇ ਵੀ ਤੁਹਾਡੇ ਕੋਲ ਹੋਣਗੇ ਉਹ ਤੁਹਾਨੂੰ ਅਵੇਲੇਬਲ ਹੈ। ਵਾਈਫਾਈ ਦੀ ਡਬਲਯੂ ਵੈਬ ਤੇ ਨਜ਼ਰ ਆ ਰਹੇ ਨੇ ਐਕਸੈਸ ਪੁਆਇੰਟ, ਜਿੰਨੇ ਤੁਸੀਂ ਰੇਂਜ ਦੇ ਵਿੱਚ ਹੈਗੇ ਨੇ, ਤਾਂ ਉਹ ਰੇਡੀਓ ਵੇਵਸ ਤੁਹਾਨੂੰ ਇੱਥੇ ਕਨੈਕਸ਼ਨ ਦਿਖਾਈ ਜਾਣਗੇ। ਇਹਦੀ ਲੋ ਹੈ, ਦੇਖੋ ਇਹਦੀ ਫ੍ਰੀਕੁਐਂਸੀ ਕੀ ਹੈ, ਜਿਵੇਂ ਸਿਗਨਲ ਕੀ ਹੈ ਵੀਕ ਹੈ, ਇਹਦਾ ਥੋੜਾ ਹਾਈ ਹੈ, ਇਹਦਾ ਉਦੋਂ ਵੀਕ ਹੈ, ਦੱਸੋ ਕੀ ਉਸ ਸਿਕਿਉਰਿਟੀ ਵਾਸਤੇ ਵੀ ਸਾਨੂੰ ਲੱਗਿਆ ਦਾ ਸਾਈਨ ਬਣਾਇਆ। ਡਬਲਯੂ ਲੈਨ ਨੂੰ ਬਚਾਉਣਾ, ਪ੍ਰੋਟੈਕਟਿੰਗ ਡਬਲਯੂ ਲੈਨ, ਵਾਇਰਲੈਸ ਨੈਟਵਰਕ ਨੂੰ ਬਚਾਉਣ ਲਈ ਬਹੁਤ ਸਾਰੇ ਤਰੀਕੇ ਉਪਲਬਧ ਨੇ ਜੀ। ਕਹਿੰਦੇ ਇਹਨਾਂ ਵਿੱਚ ਕੁਝ ਤਰੀਕੇ ਸੰਭਵ ਨਹੀਂ ਹੋ ਸਕਦੇ ਜੇਕਰ WAP ਜਾਂ ਸਾਹੂ ਰਾਊਟਰ AP ਨਾਲ ਜੁੜੇ ਹੁੰਦੇ ਹਨ। ਇਹਨਾਂ ਵਿੱਚ ਕੁਝ ਸਮਰੱਥਾਵਾਂ ਦੀ ਕੀ ਕਮੀ ਹੁੰਦੀ ਹੈ। ਸਭ ਤੋਂ ਪਹਿਲਾਂ ਜੀ ਮੈਕ ਤੁਹਾਨੂੰ ਪਤਾ ਹੈ ਮੀਡੀਆ ਐਕਸੈਸ ਕੰਟਰੋਲ ਹੈ ਨਾ, ਤੁਸੀਂ ਵੈਬ ਦੀ ਵਰਤੋਂ ਨਾਲ ਕੀ ਕਰ ਸਕਦੇ, ਕੰਪਿਊਟਰ ਜਾਂ ਯੰਤਰਾਂ ਨੂੰ ਮੈਕ ਐਡਰੈਸ ਦੀ ਲਿਸਟ ਨੂੰ ਕਰ ਸਕਦੇ, ਜੋੜ ਸਕਦੇ ਉਹਦੇ ਨਾਲ। ਵੈਬ ਦੇ ਕਨੈਕਸ਼ਨ ਸਿਰਫ ਉਦੋਂ ਹੀ ਆਗਿਆ ਦਿੰਦੇ ਨੇ ਜਾਂ ਉਹਦੀ ਮਿਲਦੀ ਹੈ ਜਦੋਂ ਵੈਬ ਨੂੰ ਮਿਲਦਾ ਜੁਲਦਾ ਮੈਕ ਐਡਰੈਸ ਲੱਭਦਾ, ਜਾਂ ਉਹਨੂੰ ਮਿਲਦਾ ਜੁਲਦਾ ਕੀ ਲੱਭਦਾ ਜੀ, ਇੱਕ ਪਾਸਵਰਡ ਦੀ ਤਰ੍ਹਾਂ ਨੂੰ ਐਡਰੈਸ ਲੱਭਦਾ ਕਿ ਹਾਂ ਇਹ ਸਹੀ ਯੂਜ਼ਰ ਲੱਗਦਾ। ਵੈਬ ਦੇ ਹਿੱਸੇ ਨੂੰ ਐਡ ਕਰੋ ਤੇ ਵੈਬ ਨੂੰ ਕਨੈਕਸ਼ਨ ਦੀ ਆਗਿਆ ਦਿਓ, ਜੇਕਰ ਵੈਬ ਦੇ ਨਾਲ ਮਿਲਦੇ ਜੁਲਦੇ ਲੱਭਦੇ ਨੇ ਤਾਂ ਕੀ ਹੋਣਗੇ, ਉਸ ਵਿੱਚ ਜੁੜ ਜਾਓ। ਵੈਬ ਨੂੰ ਲਾਗੂ ਕਿਵੇਂ ਕਰਦੇ ਹਾਂ, ਵਾਇਰਡ ਇਕੁਇਵਲੈਂਟ ਪ੍ਰਾਈਵੇਸੀ ਨੂੰ ਵਿਆਪਕ ਤੌਰ ਤੇ ਸਿਕਿਉਰਿਟੀ ਐਲਗੋਰਿਥਮ ਲਈ ਵਰਤਿਆ ਜਾਂਦਾ, ਸਿਕਿਉਰਿਟੀ ਲਈ, ਠੀਕ ਹੈ, ਹਮੇਸ਼ਾ ਇਹ ਸੁਰੱਖਿਆ ਲਈ ਪਹਿਲੀ ਪਸੰਦ ਹੈ, ਭਾਵੇਂ ਇਸ ਦਾ ਨਾਮ ਹੀ ਇਹ ਦੱਸਦਾ ਹੈ ਇਹ ਵਾਇਰਡ ਕਨੈਕਸ਼ਨ ਦੀ ਤਰ੍ਹਾਂ ਹੀ ਸੁਰੱਖਿਅਤ ਹੈ। ਜਿਵੇਂ ਵਾਇਰਡ ਇੱਕ ਤਾਰ ਹੈ, ਮੰਨ ਲਓ ਤੁਹਾਡੇ ਘਰ ਤੋਂ ਲੈ ਕੇ ਤੁਹਾਡੇ ਘਰ ਤੱਕ ਹੀ ਜਾਂਦੀ, ਤੁਹਾਡੇ ਆਪਣੇ ਪਲੱਗ ਤੋਂ ਜਿਹੜੀ ਸਵਿਚ ਤੋਂ ਨਹੀਂ, ਉਸ ਤੋਂ ਲੈ ਕੇ ਇੱਕ ਬੱਲਬ ਤੱਕ ਜਾ ਰਿਹਾ, ਇਟ ਮੀਨਸ ਆਪਾਂ ਨੂੰ ਪਤਾ ਹੈ, ਸ਼ੋਰਟੀ ਹੈ ਕਿ ਇਹ ਤਾਰ ਕੀ ਆ, ਉਹ ਬੱਲਬ ਦੀ ਹੈ ਜਾਂ ਫੈਨ ਦੀ ਹੈ, ਜਦੋਂ ਆਪਾਂ ਔਨ ਕਰਦੇ ਹਾਂ ਉਹੀ ਚੀਜ਼ ਚੱਲਦੀ ਹੈ, ਠੀਕ ਹੈ, ਇੱਕ ਕਨੈਕਸ਼ਨ ਦੀ ਤਰ੍ਹਾਂ ਕਿਆ ਸੁਰੱਖਿਅਤ ਹੈ, ਕੋਈ ਹੋਰ ਇਸ ਵਿੱਚ ਇੰਟਰਫੇਰੈਂਸ ਨਹੀਂ ਕਰ ਰਿਹਾ ਹੈ। ਇਹੀ ਕਈ ਕਮੀਆਂ ਤੇ ਨਵੇਂ ਮਾਪਦੰਡਾਂ ਜਿਵੇਂ ਕਿ WPA2 ਕਰਕੇ ਕੀ ਹੈ ਗੋਚੇ ਨਵੇਂ ਆ ਗਏ, ਜਿਵੇਂ 64 ਬਿਟ ਦੀ ਆ ਗਈ ਇਨਕ੍ਰਿਪਸ਼ਨ, 128 ਬਿਟ ਦੀ ਇਨਕ੍ਰਿਪਸ਼ਨ ਆ ਗਈ, ਤਾਂ ਤੁਸੀਂ ਇੰਨੇ ਬਿਟਸ ਤੱਕ ਜਿਹੜੇ ਡਾਟੇ ਨੂੰ ਕਰ ਸਕਦੇ, ਸੁਰੱਖਿਅਤ ਰੱਖ ਸਕਦੇ ਹੋ, ਜਿਹੜਾ ਤੁਹਾਡਾ ਨੈਟਵਰਕਿੰਗ ਕਰ ਸਕਦੇ ਹੋ ਸੁਰੱਖਿਅਤ ਰੱਖ ਸਕਦੇ। ਇਸ ਦੇ ਪ੍ਰਮਾਣਿਕਤ ਮੈਥਡ ਕੀ ਨੇ ਅਥੈਂਟੀਕੇਸ਼ਨ ਦੇ, ਦੋ ਤਰੀਕਿਆਂ ਦੀ ਵਰਤੋਂ ਕਰਦਾ, ਇੱਕ ਓਪਨ ਸਿਸਟਮ ਇੱਕ ਅਥੈਂਟੀਕੇਸ਼ਨ, ਇੱਕ ਸਟੈਂਡਰਡ ਕੀ ਅਥੈਂਟੀਕੇਸ਼ਨ। ਓਪਨ ਸਿਸਟਮ ਅਥੈਂਟੀਕੇਸ਼ਨ ਵਿੱਚ ਕੀ ਹੈ, ਜਿਹੜਾ ਕਲਾਇੰਟ ਨੂੰ ਅਥੈਂਟੀਕੇਟ ਕਰਕੇ ਐਕਸੈਸ ਪੁਆਇੰਟ ਲਈ ਪਾਸਵਰਡ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਇਸ ਵਿੱਚ ਕੋਈ ਜ਼ਰੂਰਤ ਨਹੀਂ ਪੈਂਦੀ, ਬਸ ਕਰੇ ਅਥੈਂਟੀਕੇਟ ਕਰਤਾ ਇੱਕ ਵਾਰੀ, ਉਸ ਤੋਂ ਸੇਵ ਅਗਲੀ ਵਾਰੀ ਫੇਰ ਜੇ ਆਪਣੇ ਆਪ ਉਹਨੂੰ ਕਰਦਾ ਪਿਕ ਕਰ ਲਵੇ ਪਾਸ। ਸਟੈਂਡਰਡ ਦੇ ਵਿੱਚ ਕੀ ਹੈ, 4 ਸਟੈਪ ਚੈਲੰਜ ਰਿਸਪੌਂਸ ਹੈਂਡਸ਼ੇਕ ਦੇ ਲਈ ਕੀਤੀ ਜਾਂਦੀ ਹੈ। ਜਿਵੇਂ ਕਹਿੰਦੇ ਕਲਾਇੰਟ ਐਕਸੈਸ ਨੂੰ ਅਥੈਂਟੀਕੇਸ਼ਨ ਬੇਨਤੀ ਭੇਜਦਾ, ਤੁਸੀਂ ਦੇਖਦੇ ਜੇ ਬਲੂਟੁੱਥ ਦੇ ਵਿੱਚ ਆਪਾਂ ਪਹਿਲਾਂ ਪੇਅਰ ਕਰਦੇ ਹਾਂ, ਪੇਅਰ ਦੇ ਵਿੱਚ ਤੁਹਾਨੂੰ ਨੰਬਰ ਜਾਂਦੇ ਨੇ, ਫਿਰ ਤੁਸੀਂ ਆਪਣੇ ਮੋਬਾਈਲ ਦੇ ਭਰਦੇ ਹੋ ਨੰਬਰ, ਫਿਰ ਇੱਕ ਦੂਜੇ ਨਾਲ ਪੇਅਰਿੰਗ ਹੋ ਗਈ, ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਕਨੈਕਟ ਕਰਦੇ। ਤਾਂ ਇਸ ਦੇ ਵਿੱਚ ਕੀ ਹੈ, ਪਹਿਲਾਂ ਅਥੈਂਟੀਕੇਸ਼ਨ ਦੀ ਬੇਨਤੀ ਭੇਜਦਾ, ਉਹ ਉਸ ਦਾ ਕੀ ਹੈ ਇੱਕ ਜਵਾਬ ਦਿੰਦਾ, ਰਿਸਪੌਂਡ ਕਰਦਾ। ਕਨਫਿਗਰ ਕੀਤੀ ਜਿਹੜੀ WEP ਕੀ ਹੈ ਉਸਦੀ ਵਰਤੋਂ ਨਾਲ ਕੀ ਹੈ ਉਸ ਚੈਲੰਜ ਨੂੰ ਕੀ ਕਰਦਾ, ਇਨਕ੍ਰਿਪਟ ਕਰਦਾ, ਜਿਵੇਂ ਤੁਹਾਨੂੰ ਦੱਸਿਆ ਮੈਂ, ਠੀਕ ਹੈ। ਪੇਅਰ ਕਰਨ ਵੇਲੇ ਕੁਝ ਨੰਬਰਸ ਹੁੰਦੇ ਨੇ, ਆਪਾਂ ਇੱਕ ਦੂਸਰੇ ਨਾਲ ਪੇਅਰ ਕਰ ਸਕਦੇ ਹਾਂ, ਉਸ ਤੋਂ ਬਾਅਦ ਫਿਰ ਬੇਨਤੀ ਭੇਜਦਾ, ਓਕੇ ਕਰਦੇ ਆ, ਫਿਰ ਕੀ ਆ ਉਹ ਉਸ ਐਕਸੈਸ ਪੁਆਇੰਟ ਨੂੰ ਜਵਾਬ ਨੂੰ ਕੀ ਡਿਕ੍ਰਿਪਟ ਕਰਦਾ ਹੈ, ਜੇਕਰ ਉਹ ਚੈਲੰਜ ਨਾਲ ਮੇਲ ਖਾਂਦਾ, ਮੰਨ ਲਓ ਤੁਹਾਡੇ ਵੱਲੋਂ ਵੀ ਉਹੀ ਨੰਬਰ ਭਰਿਆ ਗਿਆ, ਮੇਰੇ ਵੱਲੋਂ ਵੀ ਉਹੀ ਭਰਿਆ ਗਿਆ, ਜੇ ਦੋਨਾਂ ਨਾਲ ਮੈਚ ਖਾਂਦਾ ਇਟ ਮੀਨਸ ਕਿ ਆਪਾਂ ਐਕਸੈਸ ਕਰ ਲਿਆ ਉਸ ਚੀਜ਼ ਨੂੰ। ਤਾਂ ਉਸ ਤੋਂ ਗੱਲ ਕਰਦੇ ਆ WPA ਨੂੰ ਲੱਗ ਕਰਨਾ, ਇਹ ਸੀ WEP ਸੀ, ਹੁਣ ਆਪਾਂ WPA ਵਾਈਫਾਈ ਪ੍ਰੋਟੈਕਟਡ ਐਕਸੈਸ। ਇਹ ਵੀ ਦੋ ਸੁਰੱਖਿਆ ਪ੍ਰੋਟੋਕੋਲ ਨੇ ਜੀ, ਇਹ ਸਿਕਿਉਰਿਟੀ ਸਰਟੀਫਿਕੇਸ਼ਨ ਪ੍ਰੋਗਰਾਮ ਨੂੰ ਵਾਈਫਾਈ ਅਲਾਇੰਸ ਦੁਆਰਾ ਵਿਕਸਿਤ ਕੀਤਾ ਗਿਆ ਇਹਨੂੰ, ਤਾਂ ਜੋ ਜਿਹੜਾ ਵਾਇਰਲੈਸ ਕੰਪਿਊਟਰ ਨੈਟਵਰਕ ਨੂੰ ਕੀਤਾ ਜਾ ਸਕੇ, ਸਿਕਿਉਰ ਕੀਤਾ ਜਾ ਸਕੇ, ਸੁਰੱਖਿਅਤ ਰੱਖਿਆ ਜਾ ਸਕੇ।
ਜਿਹੜੇ ਵੈਬ ਪ੍ਰੋਟੋਕੋਲ ਨੇ ਬਹੁਤ ਸਾਰੇ IEEE 802.11 ਆਈ ਸਟੈਂਡਰਡ ਬਣਾਉਂਦੇ ਹਨ, ਖਾਸ ਤੌਰ ਤੇ ਟ੍ਰਿਪਲ ਕੀ ਇੰਟੀਗ੍ਰੇਟਿਡ ਟੈਂਪਰਲ ਕੀ ਇੰਟੀਗ੍ਰਿਟੀ ਕੀ ਹੁੰਦੇ ਨੇ ਪ੍ਰੋਟੋਕੋਲ ਹੁੰਦੇ ਨੇ ਇਹ, ਜਿਹੜੇ ਇੱਕ ਪ੍ਰਤੀ ਪੈਕਟ ਕੀ ਤੇ ਕੰਮ ਕਰਦੇ ਤੇ ਹਰ ਇੱਕ ਪੈਕਟ ਦੇ ਲਈ 128 ਬਿਟ ਕੀ ਬਣਾਉਂਦੀ ਹੈ। 128 ਬਿਟਸ ਦੇਖ ਲਓ ਕਿੰਨੇ ਆਉਂਦੇ ਨੇ, ਜਿਹਨੂੰ ਐਕਸੈਸ ਕਰਨਾ ਤੋੜਨਾ ਬਹੁਤ ਔਖਾ ਹੈ। ਤੇ ਇਹ ਵੀ ਦੋ ਤਰ੍ਹਾਂ ਜਿਹੜੇ ਤਰੀਕੇ ਨਾਲ ਕੀ ਕਰਦਾ ਕੰਮ ਕਰਦਾ ਹੈ। ਪਹਿਲਾ ਮੋਡ ਹਰ ਇੱਕ ਯੂਜ਼ਰ ਦੇ ਲਈ 80.801.x ਐਪਲੀਕੇਸ਼ਨ ਸਰਵਰ ਰਾਹੀਂ ਅਲੱਗ-ਅਲੱਗ ਕੀ ਮੁਹੱਈਆ ਕਰਵਾਉਂਦੇ। ਦੂਸਰਾ ਮੋਡ ਕੀ ਹੈ ਘੱਟ ਸੁਰੱਖਿਅਤ PSK ਮੋਡ ਜਾਂ ਪ੍ਰੀ ਸ਼ੇਅਰਡ ਕੀ ਮੋਡ, ਘਰਾਂ ਛੋਟੇ ਬਿਜ਼ਨਸ ਨੈਟਵਰਕ ਜਿਨ੍ਹਾਂ ਕੋਲ 801.x ਐਪਲੀਕੇਸ਼ਨ ਸਰਵਰ ਨਹੀਂ ਵੀ ਹੋ ਸਕਦੇ ਉਹਨਾਂ ਲਈ ਬਣਾਇਆ ਗਿਆ ਤੇ ਹਰ ਇੱਕ ਯੂਜ਼ਰ ਦਾ ਇੱਕੋ ਪਾਸਾ ਜਾਂ ਇੱਕੋ ਜਿਹਾ ਪਾਸ ਹਿੱਸਾ। ਤੁਸੀਂ ਚਾਹੇ ਅੱਜ ਵਾਈਫਾਈ ਹੌਟਸਪੌਟ ਔਨ ਕਰਕੇ ਦੇਖਿਓ, ਉਸ ਤੋਂ ਬਾਅਦ ਸਿਕਿਉਰਿਟੀ ਆਪਸ਼ਨ ਤੇ ਜਾਈਓ ਤਾਂ ਤੁਸੀਂ ਦੇਖੋ ਕਿਹੜੇ ਕਿਹੜੇ ਸਿਕਿਉਰਿਟੀ ਆਪਸ਼ਨ ਆਉਂਦੇ ਨੇ। WEP ਹੁੰਦੇ ਆ, WPA ਹੁੰਦਾ, ਕਿਹੜੀ ਇੱਕ ਨਨ ਆਉਂਦਾ, ਤਾਂ ਹੀ ਤੁਹਾਨੂੰ ਪਤਾ ਲੱਗੂ ਇਸ ਚੀਜ਼ ਦਾ। ਤੇ ਹੁਣ ਆਪਾਂ ਗੱਲ ਕਰੀਏ ਜੀ ਇੱਕ ਵਾਇਰਲੈਸ ਨੈਟਵਰਕ ਨੂੰ ਟਰਬਲ ਸ਼ੂਟ ਕਰਨਾ, ਕਿ ਉਹ ਸਹੀ ਤਰੀਕੇ ਨਾਲ ਚੱਲ ਰਿਹਾ, ਕੋਈ ਐਰਰ ਆ ਰਹੀ ਹੈ, ਆਪਾਂ ਨੂੰ ਕਿਵੇਂ ਟਰਬਲ ਸ਼ੂਟ ਕਰਾਂਗੇ, ਕਿਵੇਂ ਕਰਦੇ ਤਾਂ ਵਾਇਰਲੈਸ ਨੈਟਵਰਕ ਨੂੰ ਅਨੁਕੂਲ ਐਕੂਰੇਟ ਚਲਾਉਣ ਦੇ ਲਈ ਟਰਬਲ ਸ਼ੂਟ ਕਰਨ ਦੇ ਲਈ ਕੁਝ ਹੇਠਾਂ ਦਿੱਤੇ ਗਏ ਨੇ ਜੀ ਕਿਹੜੇ ਕਿਹੜੇ ਪੁਆਇੰਟ ਨੇ। ਪਹਿਲਾਂ WLAN ਰੇਡੀਓ ਤਰੰਗਾਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਦਾ ਏਰੀਆ ਲਿਮਿਟ ਹੁੰਦਾ ਹੈਗਾ, ਤੁਹਾਨੂੰ ਪਤਾ ਤੁਹਾਨੂੰ ਦੱਸਿਆ ਸੀ 10 ਮੀਟਰ ਤੱਕ ਰੇਂਜ ਹੁੰਦੀ ਹੈ ਜਾਂ ਵੱਧ ਤੋਂ ਵੱਧ ਜੇ ਬਲੂਟੁੱਥ ਦੀ 10 ਫੁੱਟ ਤੱਕ ਕੱਢਦਾ, ਵੱਧ ਤੋਂ 5-7 ਮੀਟਰ ਤੱਕ ਕੱਢਦਾ ਬਲੂਟੁੱਥ, ਕਿਉਂਕਿ ਉਸ ਤੋਂ ਬਾਅਦ ਸਿਗਨਲ ਕੇ ਵੀਕ ਜੇਕਰ ਜੰਤਰ ਜਿਵੇਂ ਡੈਸਕਟਾਪ ਲੈਪਟਾਪ ਟੈਬ ਤੋਂ ਥੋੜੀ ਦੂਰ ਹੁੰਦੇ ਹਨ ਤਾਂ ਸਿਗਨਲ ਕੀ ਹੋਏਗਾ ਕਮਜ਼ੋਰ ਹੋਣ ਲੱਗ ਜਾਂਦਾ, ਵੀਕ ਹੋਣ ਲੱਗ ਜਾਂਦਾ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਾਂ ਤਾਂ ਜਿੰਨੀ ਨੇੜੇ ਹੋ ਸਕੇ ਜੰਤਰ ਨੂੰ ਰੱਖਿਆ ਜਾ ਸਕੇ ਜਾਂ ਉਹਨਾਂ ਨੂੰ ਰੁਕਾਵਟਾਂ ਬਿਨਾਂ ਰੁਕਾਵਟਾਂ ਦੇ ਜਿਵੇਂ ਕੱਪਬੋਰਡ ਆਦਿ ਤੋਂ ਉੱਚ ਲੈਵਲ ਤੇ ਰੱਖਣਾ ਚਾਹੀਦਾ ਤਾਂ ਜੋ ਸਾਰਿਆਂ ਨੂੰ ਕੀ ਹੋ ਜੇ ਸਪਰੈਡ ਹੋ ਸਕੇ। ਜਿੰਨੇ ਵੀ ਆਬਸਟੈਕਲ ਹੁੰਦੇ ਨੇ, ਮੰਨ ਲਓ ਤੁਹਾਡੀ ਦੀਵਾਰ ਹੁੰਦੀ ਹੈ ਤਾਂ ਵੀ ਤੁਹਾਡਾ ਸਿਗਨਲ ਕੀ ਹੋਏਗਾ ਵੀਕ ਹੋ ਜਾਂਦਾ। ਜਿਵੇਂ ਹਿਲ ਸਟੇਸ਼ਨ ਦੇਖਦੇ ਆਪਾਂ ਸਿਗਨਲ ਵੀਕ ਹੁੰਦੇ ਨੇ, ਪਹਾੜਾਂ ਤੇ ਦੇਖਦੇ ਆਪਾਂ ਨਾ ਤਾਂ ਉੱਥੇ ਸਿਗਨਲ ਕੀ ਹੁੰਦੇ ਨੇ ਵੀਕ ਹੁੰਦੇ ਨੇ ਕਿਉਂਕਿ ਉਹਦੇ ਆਬਸਟੈਕਲਸ ਬਹੁਤ ਹੁੰਦੇ ਨੇ, ਰੇਂਜ ਦੀ ਨਹੀਂ ਆਉਂਦੀ ਪ੍ਰੋਪਰ। ਜਦੋਂ ਤੁਹਾਨੂੰ ਰੋਮਿੰਗ ਸਹੂਲਤਾਂ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਵਾਇਰਲੈਸ ਸਟੈਂਡਰਡ ਨੂੰ ਕੀ ਕਰਦੇ ਹੋ ਸਿਗਨਲ ਨੂੰ ਐਂਪਲੀਫਾਈ ਕਰਨ ਲਈ ਵਰਤ ਸਕਦੇ ਤਾਂ ਜੋ ਤੁਹਾਡੀ ਕਵਰੇਜ ਕੀ ਵਧਾਊਗਾ, ਇਹ ਹੋਰ ਜ਼ਿਆਦਾ ਵਧੀਆ ਸਟਰੋਂਗ ਬਣਾ ਦੂਗਾ ਜਿਹੜਾ ਸਿਗਨਲ ਹੈਗਾ, ਕਿਉਂਕਿ ਵੀਕ ਨਾ ਆਪਾਂ ਰੱਖਣਾ ਉਹਨੂੰ। ਜੇ ਵੀਕ ਰੱਖਾਂਗੇ ਤੁਹਾਨੂੰ ਕੀ ਨੈਟ ਐਕਸੈਸ ਕਰਨ ਦੇ ਵਿੱਚ ਕੀ ਹੈ ਦਿੱਕਤ ਆਊਗੀ। WLAN ਜਿਹੜਾ ਰੇਡੀਓ ਤਰੰਗਾਂ ਦੀ ਵਰਤੋਂ ਕਰਦਾ ਹੈ, ਕਹਿੰਦੇ ਉਸ ਏਰੀਆ ਵਿੱਚ ਉਸੇ ਆਵਿਰਤੀ ਦੀ ਵਰਤੋਂ ਕਰਕੇ ਹੋਰ ਰੇਡੀਓ ਤਰੰਗਾਂ ਨੂੰ ਪਰੇਸ਼ਾਨ ਕਰ ਸਕਦਾ। ਮੰਨ ਲਓ ਇੱਕ ਫ੍ਰੀਕੁਐਂਸੀ ਦੀ ਕੋਈ ਹੋਰ ਉਸੇ ਫ੍ਰੀਕੁਐਂਸੀ ਦੀਆਂ ਰੇਡੀਓ ਤਰੰਗਾਂ ਹੋਰ ਆ ਰਹੀਆਂ ਨੇ ਕਿਸੇ ਨੈਟਵਰਕ ਤੋਂ, ਤਾਂ ਇੱਕ ਦੂਜੇ ਨਾਲ ਕੀ ਕਰਦੇ ਨੇ ਪਰੇਸ਼ਾਨ ਕਰ ਸਕਦੇ। ਤਾਂ ਉਦਾਹਰਨ ਦੇ ਤੌਰ ਤੇ ਕਹਿੰਦੇ ਬਹੁਤ ਸਾਰੇ ਉਪਭੋਗਤਾ ਜੰਤਰ ਜਿਵੇਂ ਕਾਰਡਲੈਸ ਟੈਲੀਫੋਨ, ਕਾਰ ਅਲਾਰਮ, ਵਾਇਰਲੈਸ ਕੈਮਰਾ, ਮਾਈਕ੍ਰੋਵੇਵ ਓਵਨ ਇੱਕੋ ਆਵਿਰਤੀ ਦੀ ਵਰਤੋਂ ਕਰਦੇ ਨੇ ਤਾਂ ਤੁਸੀਂ ਦੇਖੋ ਕਿ ਇੰਟਰਫੇਰੈਂਸ ਹੋਣ ਲੱਗ ਜਾਂਦੀ ਹੈ, ਕਲੀਅਰਟੀ ਨਹੀਂ ਹੁੰਦੀ ਉਸ ਚੀਜ਼ ਦੀ। ਜਿਹੜਾ ਵਾਈਫਾਈ ਆ ਉਹ ਵੀ 80.2.11b 80.802.11g ਇਸ ਤੇ ਕੰਮ ਕਰਦੇ ਨੇ। ਠੀਕ ਹੈ, ਤੁਸੀਂ 150 ਰੁਪਏ ਦੀ 150 ਰੁਪਏ ਦੀ ਹੁੰਦੀ ਹੈਗੀ ਵਾਈਫਾਈ, ਠੀਕ ਹੈ, ਪੈਨ ਡਰਾਈਵ ਤਰ੍ਹਾਂ ਹੋਰ USB ਪੋਰਟ ਵਿੱਚ ਲੱਗਦੀ ਹੈ। ਤੁਸੀਂ ਵਾਈਫਾਈ ਬਣਾ ਸਕਦੇ ਹੋ ਆਪਣੇ ਕੰਪਿਊਟਰ ਸਿਸਟਮ ਦੀ, ਆਪਣੇ ਮੋਬਾਈਲ ਤੋਂ ਹੌਟਸਪੌਟ ਔਨ ਕਰੋ, ਉਸ ਦੇ ਰਾਹੀਂ ਕੀ ਤੁਸੀਂ ਉਹਨੂੰ ਵਾਈਫਾਈ ਬਣਾ ਸਕਦੇ ਹੋ। ਤਾਂ ਉੱਥੇ ਤੁਸੀਂ ਲਿਖਿਆ ਵੀ ਹੋਊਗਾ ਬਕਾਇਦਾ ਵਾਈਫਾਈ ਸਟੈਂਡਰਡ 802.11। ਇਹ ਘੱਟ ਸਪੀਡ ਦਾ ਕਾਰਨ ਹੋ ਸਕਦੀ ਹੈ, ਕਈ ਵਾਰ ਕੀ ਹੈ ਵਾਈਫਾਈ ਸਿਗਨਲ ਨੂੰ ਪੂਰਾ ਬਲੌਕ ਕਰ ਸਕਦੀ ਹੈ। ਠੀਕ ਹੈ, ਜਦੋਂ ਇੰਟਰਫੇਰੈਂਸ ਆ ਜਾਂਦੀ ਹੈ ਕਿਸੇ ਅਲਾਰਮ ਦੀ, ਕਾਰ ਅਲਾਰਮ ਦੀ ਜਾਂ ਮਾਈਕ੍ਰੋਵੇਵ ਦੀ, ਤਾਂ ਸਾਰੇ ਸਿਗਨਲ ਕਦੇ ਬਲੌਕ ਕਰ ਲੈਂਦੇ ਆ ਕਿਉਂਕਿ ਇਹਨਾਂ ਦੀ ਆਵਿਰਤੀ ਦੀ ਫ੍ਰੀਕੁਐਂਸੀ ਸੇਮ ਹੁੰਦੀ ਹੈ। ਜਿਹੜਾ WLAN ਹੈ ਇੱਕ ਓਮਨੀ ਡਾਇਰੈਕਸ਼ਨ ਹੈ, ਮਤਲਬ ਕਿ ਹਰੇਕ ਡਾਇਰੈਕਸ਼ਨ ਦੇ ਵਿੱਚ ਕੀ ਕਰਦਾ ਇਹ ਸਪਰੈਡ ਹੁੰਦਾ ਹੈ। ਓਮਨੀ ਡਾਇਰੈਕਸ਼ਨ ਐਂਟੀਨਾ ਦੀ ਵਰਤੋਂ ਕਰਦਾ ਤੇ ਲੇਟਵੀਂ ਦਿਸ਼ਾ ਵਿੱਚ ਮਜ਼ਬੂਤ ਸਿਗਨਲ ਨੂੰ ਪਰ ਕਮਜ਼ੋਰ ਸਿਗਨਲ ਨੂੰ ਅਪਵਰਡ ਤੇ ਡਾਊਨਵਰਡ ਦਿਸ਼ਾ ਵਿੱਚ ਉੱਪਰ ਛੱਡ ਦਿੰਦਾ, ਥੱਲੇ ਛੱਡ ਦਿੰਦਾ, ਆਪਣੇ ਇਕੁਅਲ ਨਹੀਂ ਲੱਗੇ। ਤਾਂ ਵੈਪ ਨੂੰ ਬਾਹਰੀ ਐਂਟੀਨਾ ਦੀ ਪੋਜੀਸ਼ਨ ਬਦਲਣ ਲਈ ਵਰਤੋਂ ਕੀਤਾ ਜਾਂਦਾ ਹੈ ਤਾਂ ਜੋ ਜਿਹੜੇ ਸਿਗਨਲ ਨੇ ਪ੍ਰਦਾਨ ਕੀਤੇ ਜਾ ਸਕਣ ਸਿਗਨਲ ਵੀ ਲੈਣਾ।
ਜੇਕਰ ਮੈਪ ਨੂੰ ਦੋ ਬਿਲਡਿੰਗ 'ਚ ਸੜਕ ਦੇ ਆਰ-ਪਾਰ ਸਿੱਧਾ ਖੇਤਰ ਦੇ ਵਿਚਕਾਰ ਪ੍ਰਦਾਨ ਕਰਨਾ ਹੋਵੇ ਤਾਂ ਆਪਾਂ ਇਸ ਦੇ ਲਈ ਕੀ ਕਰਦੇ ਹਾਂ, ਡਾਇਰੈਕਸ਼ਨਲ ਐਂਟੀਨਾ ਦੀ ਵਰਤੋਂ ਕਰ ਸਕਦੇ ਹਾਂ ਕਿ ਕਿਹੜੀ ਡਾਇਰੈਕਸ਼ਨ ਦੇ ਵਿੱਚ ਆਪਣੇ ਸਿਗਨਲ ਨੂੰ ਭੇਜਣਾ, ਕਿਉਂਕਿ ਇਹ ਓਮਨੀ ਡਾਇਰੈਕਸ਼ਨ ਹੈ। ਜਿਸ ਡਾਇਰੈਕਸ਼ਨ ਵਿੱਚ ਆਪਾਂ ਜ਼ਿਆਦਾ ਸਿਗਨਲ ਭੇਜਣਾ ਉੱਥੇ ਆਪਾਂ ਉਸ ਡਾਇਰੈਕਸ਼ਨ ਦਾ ਕਰਾਂਗੇ ਐਂਟੀਨਾ ਯੂਜ਼। ਤਾਂ ਇਹ ਸੀ ਆਪਣੀ ਜੀ ਜਿਹੜੀ ਵਾਇਰਲੈਸ ਸਿਕਿਉਰਿਟੀ ਇਸ ਤਰ੍ਹਾਂ ਆਪਾਂ ਪ੍ਰੋਵਾਈਡ ਕਰਦੇ ਹਾਂਗੇ, ਠੀਕ ਹੈ, ਰੱਖਦੇ ਹਾਂ ਆਪਣੇ ਆਪ ਨੂੰ ਕਿ ਤਾਂ ਜੋ ਤੁਹਾਡਾ ਜਿਹੜਾ ਇੰਟਰਨੈਟ ਜਿਹੜਾ ਨੈਟਵਰਕ ਹੈ ਉਹਨੂੰ ਕੋਈ ਅਣਅਥੋਰਾਈਜ਼ਡ ਅਣਅਧਿਕਾਰੀ ਤੇ ਜਿਹੜਾ ਐਕਸੈਸ ਨਾ ਕਰ